ਪ੍ਰਾਈਮ ਇਟਾਲੀਆ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਨਿਊਜ਼ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ ਤੇ ਪਹਿਲਾਂ ਵਾਰ ਆਏ ਹੋ ਜਾਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੇ ਨਾਲ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਉਸ ਟਾਈਮ 'ਤੇ ਮਿਲ ਜਾਵੇਗੀ। ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 6,619 ਕੇਸਿਸ ਆਏ ਹਨ ਤੇ 5 ਡੈਥ ਹੋਈਆਂ ਹਨ ਤੇ ਪੋਜ਼ੀਟਿਵਿਟੀ ਰੇਟ 3.2% ਹੋ ਗਿਆ ਹੈ। ਤੇ ਹੌਸਪੀਟਲਾਈਜੇਸ਼ਨਸ ਤੇ ਮੈਡੀਕਲ ਏਰੀਆ ਜਿਹੜੇ ਦਾ ਇੰਟੈਂਸਿਵ ਕੇਅਰ ਯੂਨਿਟਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਪੇਸ਼ੈਂਟਸ ਦੀ ਗਿਣਤੀ ਵੱਧ ਰਹੀ ਹੈ। ਜੇਕਰ ਅੱਜ ਦਾ ਲੇਟੈਸਟ ਡਾਟਾ ਦੇਖੀਏ ਤਾਂ ਅੱਜ 5,321 ਇਨਫੈਕਸ਼ਨਸ ਆਈਆਂ ਹਨ, ਨਵੀਆਂ ਇਨਫੈਕਸ਼ਨ ਆਈਆਂ ਤੇ 5 ਕਰੋਨਾ ਵਾਇਰਸ ਦੇ ਨਾਲ ਡੈਥ ਹੋ ਚੁੱਕੀਆਂ ਹਨ। ਪੋਜ਼ੀਟਿਵਿਟੀ ਰੇਟ ਉਹੀ 3.2% ਹੈ। ਤੇ ਜੇਕਰ ਡੈਲਟਾ ਵੇਰੀਐਂਟ ਦੀ ਗੱਲ ਕਰੀਏ ਤਾਂ ਡੈਲਟਾ ਵੇਰੀਐਂਟ ਦੇ ਨਾਲ ਜਿਹੜੇ ਆ ਰਹੇ ਕੇਸਿਸ ਹੈਗੇ ਆ ਲਗਭਗ 95% ਜਿਹੜਾ ਕੇਸਿਸ ਹੈਗੇ ਆ ਉਹ ਡੈਲਟਾ ਵੇਰੀਐਂਟ ਦੇ ਆ ਰਹੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸਿਚੀਲੀਆ ਤੋਂ। ਸਿਚੀਲੀਆ ਦੇ ਵਿੱਚ ਇੱਕ ਪਾਰਟੀ ਹੋਈ ਆ, ਪਾਂਤੇਲਾਰੀਆ ਜਗ੍ਹਾ ਹੈ ਜਿਸ 'ਤੇ ਇਹ ਪਾਰਟੀ ਹੋਈ ਹੈ, ਜਿਸ ਦੇ ਵਿੱਚ 70 ਪੋਜ਼ੀਟਿਵ ਕੇਸਿਸ ਮਿਲੇ ਹਨ ਤੇ ਇਹਨਾਂ ਦੇ ਵਿੱਚੋਂ ਜਿਹੜੇ 3 ਹੈਗੇ ਆ ਉਹਨਾਂ ਨੂੰ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ। ਤੇ ਦੱਸਿਆ ਜਾ ਰਿਹਾ ਕਿ ਸਾਰੇ ਹੀ ਜਿਹੜੇ ਪੋਜ਼ੀਟਿਵ ਮਿਲੇ ਹਨ ਉਹ ਸਾਰੇ ਹੀ ਪਾਂਤੇਲਾਰੀਆ ਦੇ ਰਹਿਣ ਵਾਲੇ ਸਨ ਤੇ ਸਾਰੇ ਹੀ ਇਹ ਪੋਜ਼ੀਟਿਵ ਪਾਏ ਗਏ ਹਨ। ਤੇ ਉੱਥੇ ਦੇ ਮੇਅਰ ਦਾ ਕਹਿਣਾ ਹੈ ਕਿ ਜਿੰਨੇ ਵੀ ਇਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਆਈਸੋਲੇਸ਼ਨ ਦੇ ਵਿੱਚ, ਹੋਮ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ ਗਿਆ ਹੈ। ਤੇ ਇਹ ਵੀ ਦੱਸਿਆ ਹੈ ਕਿ ਪਾਂਤੇਲਾਰੀਆ ਦੇ ਵਿੱਚ ਅੱਧੀ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ ਹੈ ਵੈਕਸੀਨੇਟਡ ਹੋ ਚੁੱਕੀ ਹੈ, ਮਤਲਬ ਕਿ ਵੈਕਸੀਨੇਸ਼ਨ ਲੱਗ ਚੁੱਕੀ ਹੈ ਤੇ ਜਿਹੜੇ ਪੋਜ਼ੀਟਿਵ ਕੇਸਿਸ ਮਿਲੇ ਹਨ ਉਹ ਲਗਭਗ ਉਹੀ ਹਨ ਜਿਨ੍ਹਾਂ ਨੇ ਵੈਕਸੀਨੇਸ਼ਨ ਹਾਲੇ ਨਹੀਂ ਲਈ ਹੈ। ਇਸ ਤੋਂ ਬਾਅਦ ਜੇਕਰ ਆਪਾਂ ਗ੍ਰੀਨ ਪਾਸ ਦੀ ਗੱਲ ਕਰੀਏ, ਗ੍ਰੀਨ ਪਾਸ ਦੇ ਬਾਰੇ ਜੇਕਰ ਆਪਾਂ ਇਟਾਲੀਅਨ ਦੀ ਰਾਏ ਦੇਖੀਏ ਤਾਂ ਇਟਾਲੀਅਨ ਦੇ ਵਿੱਚੋਂ 3 ਇਟਾਲੀਅਨ ਦੇ ਵਿੱਚੋਂ 2 ਜਿਹੜੇ ਕਹਿ ਸਕਦੇ ਕਿ 2 ਇਟਾਲੀਅਨ ਅਜਿਹੇ ਹਨ ਜਿਹੜੇ ਕਿ ਚਾਹੁੰਦੇ ਹਨ ਕਿ ਗ੍ਰੀਨ ਪਾਸ ਜ਼ਰੂਰੀ ਕਰ ਦਿੱਤਾ ਜਾਵੇ ਇਨਡੋਰ ਇਵੈਂਟਸ ਦੇ ਵਿੱਚ ਵੀ ਅਤੇ ਜੋ ਵੀ ਪ੍ਰੋਗਰਾਮ ਵਗੈਰਾ ਕਰਦੇ ਹਨ ਉਹਦੇ ਲਈ, ਕਿਉਂਕਿ ਇਸ ਦੇ ਬਾਰੇ ਜਦੋਂ ਵੋਟ ਪਵਾਈ ਗਈ ਤਾਂ ਇਸ ਦੇ ਵਿੱਚ ਸਾਰੇ ਹੀ ਜਿਹੜੇ ਵੋਟਰਸ ਹੈਗੇ ਆ ਉਹਨਾਂ ਨੇ ਇਹੀ ਕਿਹਾ ਕਿ ਗ੍ਰੀਨ ਜਿਹੜਾ ਸਰਟੀਫਿਕੇਟ ਹੈਗਾ ਆ ਇਹ ਜ਼ਰੂਰੀ ਹੈ ਅਤੇ ਉਹ ਇਸ ਦੇ ਫੇਵਰ ਦੇ ਵਿੱਚ ਹਨ। ਅਤੇ ਜੇਕਰ ਆਪਾਂ ਆਈਸਲੈਂਡ ਦੀ ਗੱਲ ਕਰੀਏ ਤਾਂ ਆਈਸਲੈਂਡਸ ਦੇ ਵਿੱਚ ਵੀ ਜਿਹੜੇ ਇਨਫੈਕਸ਼ਨ ਦੇ ਕੇਸਿਸ ਵੱਧ ਰਹੇ ਹਨ। ਫਿਰ ਜੁਲਾਈ ਦਾ ਡਾਟਾ ਦੇਖੀਏ ਤਾਂ ਜੁਲਾਈ ਦੇ ਡਾਟੇ ਦੇ ਵਿੱਚ ਉਹਨਾਂ ਦੇ ਜਿਹੜੀ ਵੀਕਲੀ ਐਵਰੇਜ ਦੇਖੀ ਜਾਵੇ ਤਾਂ ਉਹ 0 ਇਨਫੈਕਸ਼ਨ ਸੀ ਅਤੇ ਕੱਲ੍ਹ ਦੀ ਗੱਲ ਜੇਕਰ ਆਪਾਂ ਕੱਲ੍ਹ ਦਾ ਡਾਟਾ ਦੇਖੀਏ ਤਾਂ 198 ਕੇਸਿਸ ਰਿਕਾਰਡ ਕੀਤੇ ਗਏ ਹਨ। 158 ਨਿਊ ਕੇਸਿਸ ਉੱਥੇ ਆਏ ਹਨ। ਇਸੇ ਤਰ੍ਹਾਂ ਹੀ ਚਾਈਨਾ ਦੇ ਵੂਹਾਨ ਦੇ ਵਿੱਚ ਵੀ ਕਰੋਨਾ ਵਾਇਰਸ ਫੈਲ ਰਿਹਾ ਹੈ ਅਤੇ 7 ਨਵੇਂ ਕੇਸਿਸ ਉੱਥੇ ਆਈਡੈਂਟੀਫਾਈ ਕੀਤੇ ਗਏ ਹਨ। ਅਤੇ ਇਹ ਜਿਹੜੇ ਲੋਕੀ ਇਨਫੈਕਟਡ ਹੋਏ ਹਨ ਉਹ ਇਕਨੋਮਿਕ ਡਿਵੈਲਪਮੈਂਟ ਏਰੀਆ ਦੇ ਜਿਹੜੇ ਸਿਟੀ ਦੇ ਇਕਨੋਮਿਕ ਡਿਵੈਲਪਮੈਂਟ ਏਰੀਆ ਦੇ ਨਾਲ ਰਿਲੇਟਿਡ ਹਨ ਅਤੇ ਇਹਨਾਂ ਨੂੰ ਮਤਲਬ ਕਿ ਜਲਦੀ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਅਤੇ ਉੱਥੇ ਦੀ ਗੌਰਮੈਂਟ ਦੇ ਦੁਆਰਾ ਐਂਟੀ ਕੋਵਿਡ ਰੂਲਸ ਅਤੇ ਜਿਸ ਦੇ ਵਿੱਚ ਪਬਲਿਕ ਦੇ ਵਿੱਚ ਮਾਸਕ ਓਬਲੀਗਾਟੋਰੀ ਜ਼ਰੂਰੀ ਹੈ ਉੱਥੇ ਕਰ ਦਿੱਤਾ ਗਿਆ। ਡਿਸਟੈਂਸਿੰਗ ਅਤੇ ਹੱਥਾਂ ਨੂੰ ਸੈਨੀਟਾਈਜ਼ ਕਰਨਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਚਾਈਨਾ ਦੇ ਵਿੱਚ ਬੀਜਿੰਗ ਦੇ ਵਿੱਚ 98 ਨਵੇਂ ਕੇਸ ਆਉਣ ਦੇ ਨਾਲ ਉੱਥੇ ਦੀ ਸਰਕਾਰ ਨੇ ਸਕੂਲ ਖੋਲ੍ਹਣ ਦਾ ਜਿਹੜਾ ਓਪਨਿੰਗ ਸੀਗਾ, ਸਕੂਲ ਖੋਲ੍ਹਣ ਦਾ ਜਿਹੜਾ ਨਿਰਣੇ ਸੀ ਉਸਨੂੰ ਫਿਲਹਾਲ ਪੋਸਟਪੋਨ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਟੋਕੀਓ ਦੇ ਵਿੱਚ ਜਿਹੜੀ 2020 ਓਲੰਪਿਕਸ ਗੇਮ ਹੋ ਰਹੀਆਂ ਹਨ ਉਹਦੇ ਵਿੱਚ ਵੀ 17 ਨਿਊ ਇਨਫੈਕਸ਼ਨਸ ਆਈਆਂ ਹਨ ਅਤੇ ਹੁਣ ਤੱਕ ਜਿਹੜੇ ਟੋਟਲ ਪੋਜ਼ੀਟਿਵ ਕੇਸਿਸ ਹੈਗੇ ਆ ਟੋਕੀਓ ਗੇਮਸ ਨਾਲ ਰਿਲੇਟਿਡ 276 ਹੋ ਗਏ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ USA ਤੋਂ। USA ਦੇ ਵਿੱਚ ਇੱਕ ਔਰਤ ਨੇ ਆਪਣੀ ਕਾਰ ਦੀ ਡਿੱਗੀ ਦੇ ਵਿੱਚ 2 ਬੱਚਿਆਂ ਦੀ ਲਾਸ਼ਾਂ ਰੱਖਿਆ ਸੀ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਹੈ ਕਿ 2 ਮ੍ਰਿਤਕ ਬੱਚਿਆਂ ਦੀ ਲਾਸ਼ਾਂ ਗੱਡੀ ਦੇ ਵਿੱਚੋਂ ਮਿਲੀਆਂ ਹਨ ਜੋ ਕਿ ਉਸ ਔਰਤ ਦੇ ਭਾਂਜਾ ਅਤੇ ਭਾਂਜੀ ਮੰਨੇ ਜਾਂਦੇ ਹਨ ਅਤੇ ਉਹ ਔਰਤ ਅਮਰੀਕਾ ਦੇ ਬਾਲਟੀਮੋਰ ਇਲਾਕੇ ਨਾਲ ਸੰਬੰਧਿਤ ਹੈ ਅਤੇ ਉਸ ਦਾ ਨਾਮ ਨਿਕੋਲ ਹੈ। ਅਤੇ ਉਸ ਔਰਤ 'ਤੇ 7 ਸਾਲ ਦੀ ਲੜਕੀ ਅਤੇ 5 ਸਾਲ ਦੇ ਲੜਕੇ ਦੇ ਕਤਲ ਦੇ ਸਮੇਤ ਕਈ ਹੋਰ ਦੋਸ਼ ਲੱਗੇ ਹਨ। ਅਤੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਿਕੋਲ ਨੇ ਪਿਛਲੇ ਸਾਲ ਮਈ ਮਹੀਨੇ ਵਿੱਚ ਹੀ ਇਹਨਾਂ ਬੱਚਿਆਂ ਦੀ ਲਾਸ਼ਾਂ ਨੂੰ ਕਾਰ ਦੀ ਡਿੱਗੀ ਦੇ ਵਿੱਚ ਰੱਖਿਆ ਸੀ। ਇਸ ਤੋਂ ਬਾਅਦ ਉਸਨੇ ਕਾਰ ਦੀ ਆਮ ਵਰਤੋਂ ਜਾਰੀ ਰੱਖੀ ਅਤੇ ਇਸ ਔਰਤ ਦੀ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਉਹ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ ਤਾਂ ਪੁਲਿਸ ਦੁਆਰਾ ਰੋਕਣ 'ਤੇ
ਉਸਦੀ ਕਾਰ ਦੀ ਜੋ ਚੈਕਿੰਗ ਹੋਈ ਤਾਂ ਉਸ ਕੋਲ ਡਾਕੂਮੈਂਟ ਵੀ ਨਹੀਂ ਸੀ। ਇਸ ਤਰ੍ਹਾਂ ਨੂੰ ਪਤਾ ਲੱਗਾ ਕਿ ਉਸਦੀ ਕਾਰ ਦੇ ਵਿੱਚ 2 ਬੱਚਿਆਂ ਦੀਆਂ ਲਾਸ਼ਾਂ ਹਨ ਅਤੇ ਉਸਨੇ ਮੰਨਿਆ ਹੈ ਕਿ ਉਸਨੇ ਆਪਣੀ ਭਾਂਜੀ ਨੂੰ ਕਈ ਵਾਰ ਕੁੱਟਿਆ ਸੀ ਅਤੇ ਲੜਕੀ ਦਾ ਸਿਰ ਫਰਸ਼ ਵਿੱਚ ਟਕਰਾਉਣ ਦੇ ਬਾਅਦ ਉਸਦੀ ਮੌਤ ਹੋ ਗਈ। ਹਾਲਾਂਕਿ ਲੜਕੇ ਦੀ ਮੌਤ ਦਾ ਕਾਰਨ ਹਾਲੇ ਤੱਕ ਨਹੀਂ ਪਤਾ ਲੱਗਾ ਅਤੇ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ UAE ਤੋਂ। UAE ਦੇ ਵਿੱਚ ਰਹਿਣ ਵਾਲੇ ਡਾਕਟਰਾਂ ਨੂੰ ਹੁਣ ਗੋਲਡਨ ਵੀਜ਼ਾ ਦਿੱਤਾ ਜਾਵੇਗਾ। ਇਸ ਦੇ ਤਹਿਤ ਡਾਕਟਰਾਂ ਅਤੇ ਉਹਨਾਂ ਦੇ ਪਰਿਵਾਰ ਨੂੰ 10 ਸਾਲ ਦਾ ਰੈਜ਼ੀਡੈਂਸੀ ਵੀਜ਼ਾ ਮਿਲੇਗਾ ਅਤੇ UAE ਇਹ ਸੁਵਿਧਾ ਇਸ ਕਰਕੇ ਦੇ ਰਿਹਾ ਹੈ ਤਾਂ ਕਿ ਗਲੋਬਲ ਤੌਰ 'ਤੇ ਨੌਕਰੀ, ਨਿਵਾਸ ਅਤੇ ਪੜ੍ਹਾਈ ਦੇ ਲਈ ਉਹ ਆਪਣੀ ਪਛਾਣ ਸਭ ਤੋਂ ਵੱਧ ਪਸੰਦੀਦਾ ਦੇਸ਼ ਦੇ ਰੂਪ ਵਿੱਚ ਬਣਾ ਸਕਣ। ਇੱਥੇ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ UAE ਦੇ ਵਿਚਕਾਰ ਜਿਹੜੀਆਂ ਸਿੱਧੀਆਂ ਫਲਾਈਟਸ, ਡਾਇਰੈਕਟ ਫਲਾਈਟਸ ਹੈਗੀਆਂ, ਕਰੋਨਾ ਮਹਾਂਮਾਰੀ ਕਰਕੇ ਉਹਨਾਂ 'ਤੇ ਪਾਬੰਦੀ ਲੱਗੀ ਹੋਈ ਹੈ ਅਤੇ ਜਿਸ ਨਾਲ ਦੁਬਈ ਵਰਗੇ ਸ਼ਹਿਰ ਵਿੱਚ ਕੰਮ ਕਰਨ ਵਾਲੇ ਜਿਹੜੇ ਵਰਕਰ ਹੈ ਉਹਨਾਂ ਨਾ ਸਿਰਫ ਭਾਰਤ ਵਿੱਚ ਫਸੇ ਹੋਏ ਹਨ ਅਤੇ ਸਗੋਂ ਆਪਣੀ ਨੌਕਰੀ ਨੂੰ ਲੈ ਕੇ ਵੀ ਕਾਫੀ ਚਿੰਤਿਤ ਹਨ। ਉਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਵਿੱਚ ਕੁਈਨਜ਼ਲੈਂਡ ਸਟੇਟ ਦੇ ਵਿੱਚ ਜਿਹੜੀ ਕਿ ਬ੍ਰਿਸਬੇਨ ਦੀ ਆਸਟ੍ਰੇਲੀਆ ਦੀ ਤੀਜੀ ਵੱਡੀ ਕੰਟਰੀ ਹੈ, ਉਸ ਦੇ ਵਿੱਚ ਲੋਕਡਾਊਨ ਨੂੰ ਵਧਾ ਦਿੱਤਾ ਗਿਆ ਹੈ ਅਤੇ ਲੋਕਡਾਊਨ ਵਧਾਉਣ ਦਾ ਸਿਰਫ ਮਤਲਬ ਇਹ ਹੈ ਕਿ ਜਿਹੜਾ ਡੈਲਟਾ ਵੇਰੀਐਂਟ ਦਾ ਜਿਹੜਾ ਫੈਲ ਰਿਹਾ ਹੈ ਕਰੋਨਾ ਵਾਇਰਸ ਦਾ ਉਸ ਨੂੰ ਰੋਕਣਾ ਹੈ ਅਤੇ ਇਹ ਲੋਕਡਾਊਨ ਐਤਵਾਰ ਸ਼ਾਮ 4 ਵਜੇ ਤੱਕ ਵਧਾ ਦਿੱਤਾ ਗਿਆ ਹੈ ਕਿਉਂਕਿ ਕੁਈਨਜ਼ਲੈਂਡ ਦੇ ਵਿੱਚ COVID-19 ਦੇ 15 ਨਵੇਂ ਕੇਸ ਦਰਜ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸੇ ਤਰ੍ਹਾਂ ਹੀ ਸਿਡਨੀ ਦੇ ਵਿੱਚ ਵੀ ਲੋਕਡਾਊਨ ਉਸੇ ਤਰ੍ਹਾਂ ਹੀ ਹੈ ਅਤੇ ਸਿਡਨੀ ਦੇ ਵਿੱਚ ਵੀ ਕਾਫੀ ਜ਼ਿਆਦਾ ਕੇਸਿਸ ਆ ਰਹੇ ਹਨ। 207 ਨਵੇਂ ਕੇਸ ਉੱਥੇ ਸਾਹਮਣੇ ਆਏ ਹਨ ਅਤੇ ਇੱਕ ਮੌਤ ਵੀ ਦਰਜ ਕੀਤੀ ਗਈ ਹੈ। ਇਹ ਮੌਤ ਲਿਵਰਪੂਲ ਦੇ ਹਸਪਤਾਲ ਵਿੱਚ ਹੋਈ ਹੈ ਅਤੇ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਵੱਲੋਂ ਕਰੋਨਾ ਵੈਕਸੀਨ ਦੀ ਐਸਟ੍ਰਾਜ਼ੈਨੇਕਾ ਟੀਕੇ ਦੀ ਇੱਕ ਡੋਜ਼ ਵੀ ਲੱਗੀ ਹੋਈ ਸੀ। ਇਸ ਤੋਂ ਬਾਅਦ ਅਗਲੀ ਨਿਊਜ਼ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਜਾਣ ਅਤੇ ਉੱਥੇ ਪੱਕੇ ਹੋਣ ਦੇ ਚਾਹਵਾਨ ਲੋਕਾਂ ਨੂੰ ਫਾਇਦਾ ਹੋਵੇਗਾ। ਕੈਨੇਡਾ ਸਰਕਾਰ ਨੇ ਕਰੋਨਾ ਸੰਕਟ ਦੇ ਦੌਰਾਨ 90,000 ਪ੍ਰਵਾਸੀਆਂ ਨੂੰ ਕੈਨੇਡਾ ਦੀ PR ਦੇਣ ਦਾ ਐਲਾਨ ਕੀਤਾ ਹੈ ਅਤੇ ਇਹ ਨਾਗਰਿਕਤਾ ਕੁਝ ਸ਼ਰਤਾਂ ਪੂਰੀਆਂ ਕਰਨ ਮਗਰੋਂ ਹਾਸਲ ਕੀਤੀ ਜਾ ਸਕਦੀ ਹੈ ਅਤੇ ਕੈਨੇਡਾ ਸਰਕਾਰ ਦੁਆਰਾ 6 ਮਈ ਤੋਂ PR ਵੀਜ਼ੇ ਮਤਲਬ ਕਿ ਪਰਮਾਨੈਂਟ ਜਿਹੜੇ ਉੱਥੇ ਰੈਜ਼ੀਡੈਂਟ ਬਣਨ ਦੇ ਸੰਬੰਧੀ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਜਿਹੜੇ ਲੋਕ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਜਲਦੀ ਤੋਂ ਜਲਦੀ ਔਨਲਾਈਨ ਇਸ ਨੂੰ ਅਪਲਾਈ ਕਰਨ ਅਤੇ ਫੈਡਰਲ ਸਰਕਾਰ ਦੇ ਫੈਸਲੇ ਨਾਲ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਜਿਹੜੇ ਵਰਕਰਸ ਹੈਗੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਇਸ ਫੈਸਲੇ ਨਾਲ ਅਤੇ ਇਸ ਫੈਸਲੇ ਨਾਲ ਵੱਡੀ ਗਿਣਤੀ ਦੇ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਪਹੁੰਚਣ ਦੀ ਪੂਰੀ ਸੰਭਾਵਨਾ ਹੈ ਅਤੇ ਸਭ ਤੋਂ ਵੱਧ ਲਾਭ ਇਸ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਹੋਵੇਗਾ ਅਤੇ ਇਸ ਸੰਬੰਧੀ ਅਰਜ਼ੀਆਂ ਲੈਣ ਦੀ ਪ੍ਰਕਿਰਿਆ 5 ਨਵੰਬਰ 2021 ਤੱਕ ਜਾਂ ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੁੰਦਾ ਉਦੋਂ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਓਲੰਪਿਕ ਗੇਮਸ ਦੇ ਵਿੱਚੋਂ ਜਿਸ ਦੇ ਵਿੱਚ ਸਾਡੇ ਇੱਕ ਇੰਡੀਅਨ ਜਿਹੜੀ ਮਹਿਲਾ ਹੈ ਉਸਨੇ ਆਪਣਾ ਨਾਮ ਰੋਸ਼ਨ ਕੀਤਾ ਹੈ ਅਤੇ ਪਿਛਲੀ ਰੀਓ ਓਲੰਪਿਕ ਖੇਡਾਂ ਦੀ ਚਾਂਦੀ ਦਾ ਤਗਮਾ ਲੈਣ ਵਾਲੀ ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦੀ PV ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਹੀ ਬਿੰਗਜਿਓ ਨੂੰ ਐਤਵਾਰ ਨੂੰ 21-13, 21-15 ਨਾਲ ਹਰਾ ਕੇ ਬੈਡਮਿੰਟਨ ਸਿੰਗਲਜ਼ ਪ੍ਰਤੀਯੋਗਤਾ ਵਿੱਚ ਕਾਂਸੇ ਦਾ ਤਗਮਾ ਜਿੱਤ ਲਿਆ ਹੈ ਅਤੇ ਇਸ ਦੇ ਨਾਲ ਹੀ ਉਸਨੇ ਭਾਰਤ ਨੂੰ ਇਹਨਾਂ ਟੋਕੀਓ ਓਲੰਪਿਕ ਗੇਮਾਂ ਦੇ ਵਿੱਚ ਦੂਸਰਾ ਮੈਡਲ ਦਿਵਾ ਦਿੱਤਾ ਹੈ ਅਤੇ PV ਸੰਧੂ ਇਸ ਦੇ ਨਾਲ ਹੀ ਓਲੰਪਿਕ ਦੇ ਵਿੱਚ ਲਗਾਤਾਰ 2 ਮੈਡਲ ਜਿੱਤਣ ਵਾਲੀ ਦੇਸ਼ ਦੀ ਦੂਸਰੀ ਖਿਡਾਰਨ ਬਣ ਗਈ ਹੈ ਅਤੇ PV ਸੰਧੂ ਨੇ 2016 ਦੇ ਵਿੱਚ ਰੀਓ ਓਲੰਪਿਕ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ ਅਤੇ ਹੁਣ ਟੋਕੀਓ ਦੇ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਪਹਿਲਵਾਨ ਸੁਸ਼ੀਲ ਕੁਮਾਰ ਨੇ 2008 ਬੀਜਿੰਗ ਓਲੰਪਿਕ 'ਚ ਕਾਂਸੇ ਦਾ ਅਤੇ 2012 ਲੰਡਨ ਓਲੰਪਿਕ ਦੇ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇਜ਼ਰਾਈਲ ਤੋਂ। ਇਜ਼ਰਾਈਲ ਦੇ ਵਿੱਚ ਕਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲਿਆਂ ਨੂੰ ਰੋਕਣ ਦੇ ਲਈ ਇਜ਼ਰਾਈਲ ਨੇ ਵੈਕਸੀਨ ਦੀ ਤੀਜੀ ਖੁਰਾਕ ਯਾਨੀ ਕਿ ਬੂਸਟਰ ਡੋਜ਼ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਬੂਸਟਰ ਡੋਜ਼ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਅਤੇ ਇਸ ਦਾ ਉਦੇਸ਼ ਹਾਲ ਦੇ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ ਹੋਈ ਵ੍ਰਿੱਧੀ ਨੂੰ ਰੋਕਣਾ ਹੈ ਅਤੇ ਇਹ ਵੈਕਸੀਨ ਦੀ ਤੀਸਰੀ ਡੋਜ਼ ਦੋਨਾਂ ਡੋਜ਼ ਲੈ ਚੁੱਕੇ ਲੋਕਾਂ ਨੂੰ ਹੀ ਦਿੱਤੀ ਜਾ ਰਹੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਇਹ ਦੱਸਿਆ ਸੀ ਕਿ ਇਸ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਤਰ੍ਹਾਂ ਇਜ਼ਰਾਈਲ ਆਪਣੇ ਨਾਗਰਿਕਾਂ ਨੂੰ ਵਿਆਪਕ ਸਤਰ 'ਤੇ ਪੱਛਮੀ ਵੈਕਸੀਨ ਦੀ ਤੀਸਰੀ ਡੋਜ਼ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਨਿਊਜ਼। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।